Attention Outlook. ਸ਼ਲੋਕ ਗਨਮਿਨ ਦੇਖੋ ਮਨੈ ਮਾਹੇ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ। ਜੇਕਰ ਤੁਹਾਨੂੰ ਯਾਦ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 253ਵੇਂ ਅੰਗ ਦੇ ਅਖੀਰ ਦੇ ਵਿੱਚ ਅਸੀਂ ਗੱਲ ਕਰ ਰਹੇ ਸਾਂ ਕਿ ਜਿਵੇਂ ਜਿਵੇਂ ਅਸੀਂ ਪ੍ਰਮਾਤਮਾ ਦੇ ਨਾਲ ਆਪਣੀ ਸਾਂਝ ਗੂੜ੍ਹੀ ਕਰਦੇ ਜਾਂਦੇ ਹਾਂ, ਉਵੇਂ ਉਵੇਂ ਦੁਨਿਆਵੀ ਪਦਾਰਥਾਂ ਦੇ ਨਾਲੋਂ ਸਾਡਾ ਮੋਹ ਘਟਦਾ ਜਾਂਦਾ ਹੈ। ਉਹੀ ਗੱਲ ਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਕਰਦੇ ਪਏ ਨੇ ਕਿ ਗਨਮਿਨ ਦੇਖੋ ਮਨੈ ਮਾਹੇ, ਕਿ ਆਪਣੇ ਮਨ ਦੇ ਵਿੱਚ ਗਿਣ ਕੇ ਮਿਣ ਕੇ ਵੇਖ ਲਵੋ, ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖ ਲਵੋ। ਸਰ ਪਰ ਚਲਨੋ ਲੋਗ, ਸਰ ਪਰ ਤੋਂ ਭਾਵ ਜ਼ਰੂਰ। ਇੱਕ ਦਿਨ ਹਰ ਚੀਜ਼, ਹਰ ਵਿਅਕਤੀ, ਹਰ ਜੀਵ ਨੇ ਇਸ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ। ਤਾਂ ਫਿਰ ਅਸੀਂ ਨਾਸਵੰਤ ਜੀਵਾਂ, ਨਾਸਵੰਤ ਇਨਸਾਨਾਂ, ਨਾਸਵੰਤ ਪਦਾਰਥਾਂ ਦਾ ਮੋਹ ਕਿਉਂ ਕਰਦੇ ਹਾਂ? ਆਸ ਅਨਿਤ ਗੁਰਮੁਖ ਮਿਟੈ। ਜਦੋਂ ਕੋਈ ਮਨੁੱਖ ਗੁਰਮੁਖ ਹੋ ਜਾਂਦਾ ਹੈ ਤਾਂ ਅਨਿਤ ਭਾਵ ਕਿ ਜਿਹੜੀਆਂ ਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਹੋਣ, ਉਹਨਾਂ ਦੀ ਜੋ ਆਸ ਹੈ ਉਹ ਖਤਮ ਹੋ ਜਾਂਦੀ ਹੈ। ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ। ਪ੍ਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ ਇਹਨਾਂ ਆਸਾਂ ਤੋਂ ਅਰੋਗੀ ਹੋ ਜਾਂਦਾ ਹੈ, ਨਿਰੋਗੀ ਹੋ ਜਾਂਦਾ ਹੈ। ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾ ਲਈਏ, ਗੁਰਮੁਖ ਹੋ ਜਾਈਏ, ਗੁਰੂ ਦੇ ਲੜ ਲੱਗ ਜਾਈਏ, ਤਾਂ ਨਾਸਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ। ਸਾਡਾ ਮਨ ਇਹਨਾਂ ਨਾਸਵੰਤ ਪਦਾਰਥਾਂ ਦੇ ਪ੍ਰੇਮ ਤੋਂ ਅਰੋਗੀ ਹੋ ਜਾਂਦਾ ਹੈ। ਪੌੜੀ ਗੱਗਾ ਗੋਵਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾਂ ਵਿਸਾਸਾ ਦੇ ਕਾ ਬਿਲਮ ਨਾ ਕਰਹੁ ਮੀਤ। ਵਿਸਾਸਾ ਤੋਂ ਭਾਵ ਵਿਸਾਹ, ਭਰੋਸਾ, ਅਤੇ ਬਿਲਮ ਤੋਂ ਭਾਵ ਦੇਰੀ, ਬਿਲੰਬ, ਦੇਰੀ। ਤਾਂ ਗੁਰੂ ਜੀ ਕਹਿੰਦੇ ਕਿ ਗੱਗਾ ਗੋਵਿੰਦ ਗੁਣ ਰਵੋ, ਉਸ ਗੋਬਿੰਦ ਦੇ, ਉਸ ਪਰਮਾਤਮਾ ਦੇ ਗੁਣਾਂ ਦੇ ਵਿੱਚ ਰਚ ਜਾਓ। ਸਾਸ ਸਾਸ ਜਪ ਨੀਤ, ਹਰ ਰੋਜ਼ ਆਪਣੇ ਹਰ ਸਵਾਸ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪੋ, ਉਹਨੂੰ ਚੇਤੇ ਕਰੋ। ਇਸ ਦੇਹ ਦਾ ਕੀ ਭਰੋਸਾ, ਕਹਾਂ ਵਿਸਾਸਾ ਦੇ ਕਾ ਬਿਲਮ ਨਾ ਕਰਹੁ ਮੀਤ। ਇਸ ਦੇਹ ਦਾ ਕੋਈ ਭਰੋਸਾ ਨਹੀਂ, ਇਸ ਸਰੀਰ ਦਾ ਕੋਈ ਪ੍ਰਵਾਸਾ ਨਹੀਂ, ਕਦੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਵੇ। ਇਸ ਕਰਕੇ ਮੇਰੇ ਮਿੱਤਰ ਦੇਰੀ ਨਾ ਕਰ, ਉਸ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ। ਨਾ ਬਾਰਕ ਨਾ ਜੋਬਨੈ, ਨਾ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀਐ, ਜੋ ਆਓ ਪਰੈ ਜਮ ਫੰਦ। ਗੁਰੂ ਜੀ ਕਹਿੰਦੇ ਕਿ ਮੌਤ ਨੂੰ ਕੋਈ ਰੁਕਾਵਟ ਨਹੀਂ ਹੈ। ਬੇਸ਼ੱਕ ਬਾਲਪਨ ਹੋਵੇ, ਜਵਾਨੀ ਹੋਵੇ ਜਾਂ ਬੁਢਾਪਾ ਹੋਵੇ, ਇਹ ਮੌਤ ਤਾਂ ਕਿਸੇ ਵੀ ਵੇਲੇ ਆ ਸਕਦੀ ਹੈ। ਇਹਨੂੰ ਕੋਈ ਬੰਨ ਕੇ ਨਹੀਂ ਰੱਖ ਸਕਦਾ, ਇਹਨੂੰ ਕੋਈ ਬੰਨ ਰੋਕ ਕੇ ਨਹੀਂ ਰੱਖ ਸਕਦਾ। ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਬੇਰਾ ਨਹਿ ਬੂਝੀਐ, ਜੋ ਆਏ ਪਰੈ ਜਮ ਫੰਦ। ਜਦੋਂ ਜਮ ਦਾ ਰੱਸਾ ਗਲ ਦੇ ਵਿੱਚ ਪੈਣਾ ਹੁੰਦਾ ਹੈ, ਉਸ ਵੇਲੇ ਨੂੰ ਕੋਈ ਬੁੱਝ ਨਹੀਂ ਸਕਦਾ। ਅਸੀਂ ਕੋਈ ਅਨੁਮਾਨ ਨਹੀਂ ਲਗਾ ਸਕਦੇ ਕਿ ਕਦੋਂ ਜਮ ਦਾ ਰੱਸਾ ਸਾਡੇ ਗਲ ਦੇ ਵਿੱਚ ਪੈ ਜਾਣਾ ਹੈ ਤੇ ਕਦੋਂ ਸਾਡੀ ਮੌਤ ਆ ਜਾਣੀ ਹੈ। ਗਿਆਨੀ ਧਿਆਨੀ ਚਤੁਰ ਪੇਖ, ਰਹਿਨ ਨਹੀਂ ਇਹ ਠਾਈ। ਭਾਵੇਂ ਕੋਈ ਗਿਆਨੀ ਹੋਵੇ, ਗਿਆਨਵਾਨ ਹੋਵੇ, ਧਿਆਨ ਲਾਉਣ ਵਾਲਾ ਹੋਵੇ, ਸਿਆਣਾ ਹੋਵੇ, ਇਸ ਜਗਤ ਦੇ ਉੱਤੇ ਸਦਾ ਕੋਈ ਵੀ ਟਿਕ ਕੇ ਨਹੀਂ ਰਿਹਾ ਤੇ ਨਾ ਹੀ ਰਹਿ ਸਕਦਾ ਹੈ। ਇੱਥੋਂ ਜਾਣਾ ਹੀ ਪੈਂਦਾ ਹੈ। ਛਾੜ ਛਾੜ ਸਗਲੀ ਗਈ, ਮੂੜ ਤਹਾਂ ਲਪਟਾਹੇ। ਜਿਹੜੀਆਂ ਨਾਸਵੰਤ ਚੀਜ਼ਾਂ ਨੂੰ ਛੱਡ ਕੇ ਸਾਰੀ ਦੁਨੀਆ ਜਾ ਰਹੀ ਹੈ, ਭਾਵ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਲੋਕ, ਜੀਵ ਮਰਦੇ ਪਏ ਨੇ,
ਉਹ ਲੋਕ ਵੀ ਮਰਦੇ ਪਏ ਨੇ ਜਿਹੜੇ ਨਾਸਵੰਤ ਪਦਾਰਥਾਂ ਨੂੰ ਜੱਫੇ ਮਾਰ ਕੇ ਬੈਠੇ ਸੀ। ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਘਟ ਰਿਹਾ ਹੈ, ਪਰ ਫਿਰ ਵੀ ਅਸੀਂ ਮੂਰਖ ਉਹਨਾਂ ਨਾਸਵੰਤ ਪਦਾਰਥਾਂ ਨੂੰ ਜੱਫੇ ਪਾਉਣੋਂ ਨਹੀਂ ਹਟਦੇ। ਅਸੀਂ ਫਿਰ ਵੀ ਨਾਸਵੰਤ ਪਦਾਰਥਾਂ ਨੂੰ ਜੱਫਾ ਪਾਈ ਰੱਖਦੇ ਹਾਂ। ਗੁਰ ਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ, ਪਰ ਜਿਹਦੇ ਮੱਥਿਆਂ ਦੇ ਉੱਪਰ ਇਹ ਭਾਗ ਲਿਖੇ ਹੋਣ ਉਹੀ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ। ਨਾਨਕ ਆਏ ਸਫਲ ਤੇ ਜਾ ਕੋ ਪ੍ਰੀ ਹੈ ਸੁਹਾਗ। ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਸੁਹਾਗ ਨਸੀਬ ਹੈ ਉਹਨਾਂ ਦਾ ਹੀ ਜਨਮ ਸਫਲ ਸਮਝੋ। ਸ਼ਲੋਕ। ਘੋਖੇ ਸ਼ਾਸਤਰ ਵੇਦ ਸਭ ਆਨ ਨ ਕਥਤੋ ਕੋਏ, ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ। ਗੁਰੂ ਜੀ ਕਹਿੰਦੇ ਕਿ ਸਾਰੇ ਵੇਦ ਅਤੇ ਸ਼ਾਸਤਰ ਆਦਿਕ ਵਿਚਾਰ ਕਰਕੇ ਵੇਖ ਲਏ ਹਨ। ਇਹਨਾਂ 'ਚੋਂ ਕੋਈ ਵੀ ਇਹ ਨਹੀਂ ਆਖਦਾ ਕਿ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਵੀ ਸਦਾ ਥਿਰ ਰਹਿਣ ਵਾਲਾ ਹੈ। ਕਥਤੋ ਤੋਂ ਭਾਵ ਕਹਿਣਾ, ਕਥਨ ਕਰਨਾ। ਸਾਰੇ ਵੇਦ ਅਤੇ ਸ਼ਾਸਤਰ ਇਹੀ ਕਥਨ ਕਰਦੇ ਨੇ ਕਿ ਸਦਾ ਕਾਇਮ ਰਹਿਣ ਵਾਲਾ ਸਿਰਫ ਤੇ ਸਿਰਫ ਇੱਕ ਪ੍ਰਮਾਤਮਾ ਹੈ। ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ। ਹੇ ਨਾਨਕ, ਇਸ ਜਗਤ ਦੀ ਸ਼ੁਰੂਆਤ ਤੇ ਵੀ ਉਹ ਪ੍ਰਮਾਤਮਾ ਸੀ, ਜੁਗਾਂ ਜੁਗਾਂ ਦੇ ਵਿੱਚ ਉਹ ਪ੍ਰਮਾਤਮਾ ਰਿਹਾ ਹੈ, ਉਹ ਹੁਣ ਵੀ ਹੈ ਤੇ ਉਹ ਅੱਗੇ ਵੀ ਹੋਏਗਾ, ਉਹ ਇੱਕ ਹੀ ਹੈ। ਪੌੜੀ। ਘੱਗਾ ਘਾਲੋ ਮਨੈ ਇਹ ਬਿਨ ਹਰ ਦੂਸਰ ਨਾਹੀ। ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਕਰ ਲਵੋ, ਇਹ ਘਾਲਣਾ ਘਾਲ ਲਵੋ ਕਿ ਉਸ ਇੱਕ ਹਰੀ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ ਹੈ ਜੋ ਸਦਾ ਥਿਰ ਰਹੇ, ਜੋ ਸਦਾ ਕਾਇਮ ਰਹੇ। ਨਹਿ ਹੋਆ ਨਾ ਹੋਵਣਾ ਜਤ ਕਤ ਉਹੀ ਸਮਾਹੀ। ਨਾ ਤੇ ਅੱਜ ਤੱਕ ਕੋਈ ਹੋਇਆ ਹੈ ਜੋ ਸਦਾ ਕਾਇਮ ਰਹੇ, ਤੇ ਨਾ ਹੀ ਅੱਗੇ ਹੋਏਗਾ ਜੋ ਸਦਾ ਕਾਇਮ ਰਹੇ। ਹਰ ਜਗ੍ਹਾ ਤੇ ਸਿਰਫ ਤੇ ਸਿਰਫ ਉਹ ਇੱਕ ਪਰਮਾਤਮਾ ਸਮਾਇਆ ਹੋਇਆ ਹੈ। ਘੂਲੈ ਤੋ ਮਨ ਜੋ ਆਵੈ ਸ਼ਰਨਾ। ਘੂਲੈ ਤੋਂ ਭਾਵ ਭਿੱਜਣਾ, ਰਸ ਮਾਨਣਾ। ਕਹਿੰਦੇ ਉਸ ਪਰਮਾਤਮਾ ਦੀ ਯਾਦ ਦਾ ਰਸ ਤੂੰ ਤਾਂ ਹੀ ਮਾਣੇਗਾ ਜੇਕਰ ਆਪਣੇ ਮਨ ਨੂੰ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਲੈ ਕੇ ਆਏਗਾ। ਨਾਮ ਤਤ ਕਲ ਮਹਿ ਪੁਨਹ ਚਰਨ। ਪੁਨਹ ਚਰਨਾ ਤੋਂ ਭਾਵ ਉਹ ਕਾਰਜ ਜਿਹੜਾ ਪਛਤਾਵੇ ਵਜੋਂ ਕੀਤਾ ਜਾਏ, ਜਿਹੜਾ ਕਿਸੇ ਪਾਪ ਨੂੰ ਮਿਟਾਉਣ ਦੀ ਖਾਤਰ ਕੀਤਾ ਜਾਏ। ਤੇ ਦੁਨੀਆ ਦੇ ਵਿੱਚ ਬੜੇ ਧਾਰਮਿਕ ਲੋਕ ਹਨ ਜੋ ਆਪਣੇ ਵੱਲੋਂ ਕੀਤੇ ਗਏ ਕਿਸੇ ਨਾ ਕਿਸੇ ਪਾਪ ਨੂੰ ਮਿਟਾਉਣ ਦੀ ਖਾਤਰ ਬੜੇ ਪ੍ਰਕਾਰ ਦੇ ਧਾਰਮਿਕ ਕਾਰਜ ਕਰਦੇ ਨੇ। ਬੇਸ਼ੱਕ ਉਹ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ ਹੋਵੇ, ਬੇਸ਼ੱਕ ਪੁੰਨ ਦਾਨ ਕਰਨਾ ਹੋਵੇ, ਜਾਂ ਕੋਈ ਤੀਰਥ ਯਾਤਰਾ ਹੋਵੇ। ਗੁਰੂ ਜੀ ਕਹਿੰਦੇ ਕਿ ਨਾਮ ਤੱਤ ਹੀ ਇੱਕ ਅਜਿਹੀ ਚੀਜ਼ ਹੈ, ਪਰਮਾਤਮਾ ਦਾ ਨਾਮ ਹੀ ਇੱਕ ਅਜਿਹਾ ਪਦਾਰਥ ਹੈ, ਅਜਿਹਾ ਅਹਿਸਾਸ ਹੈ ਜਿਹੜਾ ਇਸ ਮਨੁੱਖੇ ਜਨਮ ਦੇ ਵਿੱਚ ਕੀਤੇ ਹੋਏ ਤੁਹਾਡੇ ਪਾਪਾਂ ਨੂੰ ਮਿਟਾ ਸਕਦਾ ਹੈ। ਅੱਜ ਤੱਕ ਦੇ ਜੀਵਨ ਦੇ ਵਿੱਚ ਤੁਸੀਂ ਜੋ ਵੀ ਕਾਰਜ ਕੀਤੇ, ਉਹਨਾਂ ਕਾਰਜਾਂ ਦੇ ਕਰਕੇ ਜੋ ਵੀ ਵਿਕਾਰ ਤੁਹਾਡੇ ਮਨ ਦੇ ਵਿੱਚ ਪੈਦਾ ਹੋ ਗਏ, ਉਹਨਾਂ ਵਿਕਾਰਾਂ ਨੂੰ ਮਿਟਾਉਣ ਵਾਲਾ ਸਿਰਫ ਤੇ ਸਿਰਫ ਉਸ ਪਰਮਾਤਮਾ ਦਾ ਨਾਮ ਹੈ। ਜੇਕਰ ਤੁਸੀਂ ਉਹਨੂੰ ਆਪਣੇ ਅੰਦਰ ਵਸਾ ਲਿਆ ਤਾਂ ਤੁਹਾਡੇ ਵਿਕਾਰ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਘਾਲ ਘਾਲ ਅਨੇਕ ਪਛਤਾਵਾ। ਹੋਰ ਮਨੁੱਖ ਬਹੁਤ ਪ੍ਰਕਾਰ ਦੀਆਂ ਘਾਲਣਾ ਘਾਲਦੇ ਨੇ ਤੇ ਆਖਰ ਪਛਤਾਉਂਦੇ ਨੇ, ਕਿਉਂਕਿ ਬਿਨ ਹਰ ਭਗਤ ਕਹਾਂ ਥਿਤ ਪਾਵੈ। ਉਸ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਆਤਮਿਕ ਸ਼ਾਂਤੀ ਦਾ ਟਿਕਾਣਾ ਕਿੱਥੇ ਲੱਭਦਾ ਹੈ? ਕਿਤੇ ਵੀ ਨਹੀਂ ਲੱਭਦਾ। ਜੇ ਤੁਸੀਂ ਆਤਮਿਕ ਸ਼ਾਂਤੀ, ਆਤਮਿਕ ਆਨੰਦ, ਸਦੀਵੀ ਆਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਭਗਤੀ ਦੇ ਵਿੱਚੋਂ ਹੀ ਕਰ ਸਕਦੇ ਹੋ। ਹੋਰ ਜਿੰਨੀਆਂ ਮਰਜ਼ੀ ਘਾਲਣਾ ਘਾਲ ਲਿਓ, ਆਤਮਿਕ ਆਨੰਦ ਨਹੀਂ ਮਿਲੇਗਾ। ਘੋਲ ਮਹਾਰਸ ਅੰਮ੍ਰਿਤ ਤਹਿ ਪੀਆ, ਨਾਨਕ ਹਰਿ ਗੁਰ ਜਾ ਕੋ ਦੀਆ। ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਨੇ
ਉਸ ਪ੍ਰਮਾਤਮਾ ਦੇ ਨਾਮ ਦੀ ਦਾਤ ਬਖਸ਼ੀ ਹੈ, ਉਸੇ ਮਨੁੱਖ ਨੇ ਹੀ ਮਹਾਰਸ ਦੇ ਬਰਾਬਰ ਉਸ ਪ੍ਰਮਾਤਮਾ ਦੇ ਨਾਮ ਰਸ ਦਾ ਆਨੰਦ ਪ੍ਰਾਪਤ ਕੀਤਾ ਹੈ। ਸ਼ਲੋਕ। ਨਾਨਕ ਆਲੇ ਸਭ ਦਿਵਸ ਸਾਸ, ਨਾ ਵੱਢਣ ਘਟਨ ਤਿਲਸਾਰ। ਜੀਵਨ ਲੋਰੇ ਭਰਮ ਮੋਹ, ਨਾਨਕ ਤਿਉ ਗਵਾਰ। ਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਨੇ ਹਰ ਇੱਕ ਜੀਵ ਦੇ ਸਵਾਸ ਅਤੇ ਦਿਨ ਗਿਣ ਕੇ ਹੀ ਉਹਨੂੰ ਇਸ ਜਗਤ ਦੇ ਵਿੱਚ ਭੇਜਿਆ ਹੈ। ਉਹਨਾਂ ਸਵਾਸਾਂ ਨਾਲੋਂ ਨਾ ਤੇ ਤਿਲ ਭਰ ਘੱਟ ਤੇ ਨਾ ਤਿਲ ਭਰ ਜ਼ਿਆਦਾ ਤੁਹਾਨੂੰ ਮਿਲਣੇ ਨੇ। ਤੇ ਜਿਹੜੇ ਲੋਕ ਆਪਣੇ ਮਿੱਥੇ ਹੋਏ ਜੀਵਨ ਨਾਲੋਂ ਜ਼ਿਆਦਾ ਜੀਵਨ ਲੋਚਦੇ ਹਨ, ਮੋਹ ਦੀ ਭਟਕਣਾ ਦੇ ਵਿੱਚ ਪੈ ਕੇ ਇਹ ਤ੍ਰਿਸ਼ਨਾ ਰੱਖਦੇ ਹਨ ਕਿ ਉਹਨਾਂ ਦੀ ਉਮਰ ਬਹੁਤ ਹੀ ਲੰਬੀ ਹੋਵੇ, ਗੁਰੂ ਜੀ ਕਹਿੰਦੇ ਕਿ ਉਹ ਮੂਰਖ ਹਨ, ਗਵਾਰ ਹਨ। ਕੋਈ ਸਵਾਲ ਪੈਦਾ ਹੋ ਸਕਦਾ ਹੈ ਕਿ ਜਦ ਸਾਨੂੰ ਪਤਾ ਹੀ ਨਹੀਂ ਕਿ ਸਾਡੀ ਉਮਰ ਕਿੰਨੀ ਲਿਖੀ ਹੋਈ ਹੈ ਤੇ ਉਹਦੇ ਨਾਲੋਂ ਜ਼ਿਆਦਾ ਅਸੀਂ ਕਿਵੇਂ ਤਾਂਘ ਕਰ ਸਕਦੇ ਹਾਂ, ਤਾਂ ਇਹਦਾ ਜਵਾਬ ਇਹ ਹੈ ਕਿ ਜੇਕਰ ਤੁਸੀਂ ਮੌਤ ਤੋਂ ਡਰਦੇ ਹੋ, ਇਹਦਾ ਮਤਲਬ ਕਿ ਤੁਸੀਂ ਆਪਣੀ ਮਿੱਥੀ ਹੋਈ ਜ਼ਿੰਦਗੀ ਤੋਂ ਜ਼ਿਆਦਾ ਜ਼ਿੰਦਗੀ ਲੋਚਦੇ ਹੋ। ਮੌਤ ਨੇ ਜਦ ਆਉਣਾ ਹੈ ਉਦੋਂ ਆ ਹੀ ਜਾਣਾ ਹੈ। ਜੇਕਰ ਅਸੀਂ ਉਹਦੇ ਤੋਂ ਡਰ ਕੇ ਰਹੀਏ, ਸਦਾ ਮਨ ਦੇ ਵਿੱਚ ਇਹ ਡਰ ਪਾਲੀ ਰੱਖੀਏ, ਉਸ ਡਰ ਦਾ ਕਾਰਨ ਵੀ ਵੱਡਾ ਮੋਹ ਹੀ ਹੁੰਦਾ ਹੈ। ਜਿਸ ਪ੍ਰਕਾਰ ਗੁਰੂ ਜੀ ਨੇ ਕਿਹਾ ਹੈ, ਜੀਵਨ ਲੋਰੇ ਭਰਮ ਮੋਹ। ਭਰਮ ਮੋਹ ਦੇ ਵਿੱਚ ਆਏ ਹੋਏ ਹੀ ਅਸੀਂ ਇਹ ਲੋਚਦੇ ਹਾਂ ਕਿ ਅਸੀਂ ਕਦੇ ਇਹ ਦੁਨੀਆ ਨੂੰ ਛੱਡ ਕੇ ਜਾਈਏ ਹੀ ਨਾ, ਕਿਉਂਕਿ ਅਸੀਂ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਆਪਣੇ ਆਸ-ਪਾਸ ਦੀਆਂ ਵਸਤਾਂ, ਸਕੇ ਸੰਬੰਧੀਆਂ ਤੇ ਵਰਤਾਰਿਆਂ ਦੇ ਨਾਲ ਜੁੜੇ ਹੋਏ ਹੁੰਦੇ ਹਾਂ ਤੇ ਉਸ ਜੋੜ ਨੂੰ ਤੋੜਨਾ ਬੜਾ ਦੁਖਦਾਈ ਲੱਗਦਾ ਹੈ। ਇਸੇ ਕਾਰਨ ਕਰਕੇ ਅਸੀਂ ਮੌਤ ਤੋਂ ਡਰਦੇ ਹਾਂ। ਤੇ ਜੇ ਡਰਦੇ ਹਾਂ, ਇਹਦਾ ਮਤਲਬ ਅਸੀਂ ਚਾਹੁੰਦੇ ਹਾਂ ਕਿ ਮੌਤ ਨਾ ਆਵੇ। ਤੇ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਨਾ ਆਵੇ, ਇਹਦਾ ਮਤਲਬ ਕਿ ਉਸ ਪਰਮਾਤਮਾ ਨੇ ਜੋ ਸਾਡੀ ਉਮਰ ਲਿਖੀ ਹੈ ਉਹਦੇ ਨਾਲੋਂ ਜ਼ਿਆਦਾ ਅਸੀਂ ਲੋਚਦੇ ਪਏ ਹਾਂ। ਤੇ ਜੇ ਲੋਚਦੇ ਪਏ ਹਾਂ ਤਾਂ ਗੁਰੂ ਜੀ ਕਹਿੰਦੇ ਤਿਉ ਗਵਾਰ। ਜੋ ਵੀ ਅਸੀਂ ਇਹ ਲੋਚਦੇ ਹਾਂ ਤਾਂ ਅਸੀਂ ਮੂਰਖ ਹਾਂ, ਗਵਾਰ ਹਾਂ, ਕਿਉਂਕਿ ਉਹਦੇ ਤੋਂ ਤਿਲ ਭਰ ਜ਼ਿਆਦਾ ਜਾਂ ਘੱਟ ਸਾਨੂੰ ਨਹੀਂ ਮਿਲਣੀ, ਜਿੰਨੀ ਉਮਰ ਲਿਖ ਕੇ ਉਸ ਪਰਮਾਤਮਾ ਨੇ ਸਾਨੂੰ ਇਸ ਜਗਤ ਤੇ ਭੇਜਿਆ ਹੈ। ਪੌੜੀ। ਨਈਆਂ ਨਰਾਸਾ ਕਾਲ ਤਹਿ, ਜੋ ਸਾਕਤ ਪ੍ਰਭ ਕੀਨ। ਅਨਕ ਜੋਨ ਜਨਮੈ ਮਰੈ, ਆਤਮ ਰਾਮ ਨਾ ਚੀਨ। ਨਰਾਸਾ ਤੋਂ ਭਾਵ ਗ੍ਰਸਨਾ। ਗੁਰੂ ਜੀ ਕਹਿੰਦੇ ਕਿ ਮੌਤ ਦਾ ਡਰ ਉਹਨਾਂ ਨੂੰ ਗ੍ਰਸਦਾ ਹੈ ਜੋ ਉਸ ਪਰਮਾਤਮਾ ਵੱਲੋਂ ਸਾਕਤ ਹੋ ਜਾਂਦੇ ਨੇ, ਪਰਮਾਤਮਾ ਵੱਲੋਂ ਵਿਛੜ ਜਾਂਦੇ ਨੇ। ਤੇ ਉਹਨਾਂ ਨੂੰ ਸਿਰਫ ਮੌਤ ਦਾ ਡਰ ਹੀ ਨਹੀਂ, ਬਲਕਿ ਅਨਕ ਜੋਨ ਜਨਮੈ ਮਰੈ। ਉਹ ਅਨੇਕਾਂ ਜੂਨਾਂ ਦੇ ਵਿੱਚ ਜੰਮਦੇ ਮਰਦੇ ਵੀ ਰਹਿੰਦੇ ਹਨ, ਕਿਉਂਕਿ ਆਤਮ ਰਾਮ ਨਾ ਚੀਨ, ਉਹਨਾਂ ਨੇ ਆਪਣੇ ਅੰਦਰ ਉਸ ਪਰਮਾਤਮਾ ਨੂੰ ਨਹੀਂ ਵਸਾਇਆ ਹੋਇਆ। ਗਿਆਨ ਧਿਆਨ ਤਾਹੂ ਕਉ ਆਏ, ਕਰ ਕਿਰਪਾ ਜਹ ਆਪ ਦਿਵਾਏ। ਜਿਨ੍ਹਾਂ ਮਨੁੱਖਾਂ ਤੇ ਜਿਨ੍ਹਾਂ ਜੀਵਾਂ ਤੇ ਕਿਰਪਾ ਕਰਕੇ ਉਹ ਪਰਮਾਤਮਾ ਖੁਦ ਉਹਨਾਂ ਨੂੰ ਜੀਵਨ ਦਾ ਗਿਆਨ ਬਖਸ਼ਦਾ ਹੈ, ਉਹਨਾਂ ਨੂੰ ਹੀ ਇਹ ਗਿਆਨ ਮਿਲਦਾ ਹੈ। ਉਹਨਾਂ ਦੀ ਹੀ ਉਸ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਹੈ। ਅਣਤੀ ਗਣੀ ਨਹੀਂ ਕੋਊ ਛੂਟੈ, ਕਾਚੀ ਗਾਗਰ ਸਰ ਪਰ ਫੁੱਟੈ। ਅਣਤੀ ਅਣੀ ਤੋਂ ਭਾਵ ਗਣਤੀ ਗਣੀ, ਗਿਣਤੀ ਕੀਤਿਆਂ, ਸੋਚਾਂ ਸੋਚਿਆਂ, ਨਹੀਂ ਕੋਊ ਛੂਟੈ। ਸੋਚਾਂ ਸੋਚਿਆਂ, ਤਕੱਲਫ ਕੀਤਿਆਂ, ਯਤਨ ਕੀਤਿਆਂ ਕੋਈ ਵੀ ਜੀਵ ਇਸ ਮੌਤ ਤੋਂ ਬਚ ਨਹੀਂ ਸਕਿਆ ਹੈ। ਇਹ ਸਰੀਰ ਕੱਚੀ ਗਾਗਰ ਵਰਗਾ ਹੈ, ਇਹਨੇ ਇੱਕ ਦਿਨ ਜ਼ਰੂਰ ਫੁੱਟਣਾ ਹੀ ਫੁੱਟਣਾ ਹੈ। ਸੋ ਜੀਵਤ ਜਹ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਾ ਛਪਿਆ।
ਗੁਰੂ ਜੀ ਕਹਿੰਦੇ ਕਿ ਉਮਰ ਤੇ ਕਿਸੇ ਦੀ ਛੋਟੀ ਤੇ ਵੱਡੀ ਵੀ ਹੋ ਸਕਦੀ ਹੈ, ਪਰ ਜਿਉਂਦਾ ਉਹੀ ਸਮਝੋ ਜਿਨ੍ਹੇ ਉਸ ਜਿਉਂਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ। ਜਿਨ੍ਹੇ ਉਸ ਪਰਮਾਤਮਾ ਨੂੰ ਸਿਮਰਿਆ ਹੀ ਨਹੀਂ, ਉਹਦੀ ਸਰੀਰਕ ਉਮਰ ਭਾਵੇਂ ਕਿੰਨੀ ਵੀ ਹੋਵੇ, ਉਹਨੂੰ ਤੇ ਅਸੀਂ ਮੁਰਦਾ ਹੀ ਗਿਣਦੇ ਹਾਂ। ਤੇ ਜੋ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹਦਾ ਭਗਤ ਬਣਦਾ ਹੈ, ਉਹਦੇ ਲਈ ਗੁਰੂ ਜੀ ਕਹਿੰਦੇ ਕਿ ਪ੍ਰਗਟ ਭਏ ਨਾਨਕ ਨਾ ਛਪਿਆ, ਕਿ ਹੇ ਨਾਨਕ, ਉਸ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਮਨੁੱਖ, ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣ ਵਾਲਾ ਮਨੁੱਖ ਛੁਪਾਇਆ ਛੁਪਦਾ ਨਹੀਂ, ਉਹ ਇਸ ਜਗਤ ਦੇ ਵਿੱਚ ਨਾਮਣਾ ਖੱਟ ਹੀ ਜਾਂਦਾ ਹੈ। ਸ਼ਲੋਕ ਚਿਤ ਚਿਤ ਬਹੁ ਚਰਨਾਰ ਬਿੰਦ ਊਦ ਕਵਲ ਬਿਗਸਾਂਤ, ਪ੍ਰਗਟ ਭਏ ਆਪੈ ਗੋਬਿੰਦ ਨਾਨਕ ਸੰਤ ਮਤਾਂਤ। ਗੁਰੂ ਜੀ ਕਹਿੰਦੇ ਕਿ ਮੈਂ ਤਾਂ ਆਪਣੇ ਚਿੱਤ ਵਿੱਚ ਪਰਮਾਤਮਾ ਦੇ ਸੋਹਣੇ ਚਰਨ ਟਿਕਾਂਦਾ ਹਾਂ। ਚਰਨਾਰ ਬਿੰਦ ਤੋਂ ਭਾਵ ਚਰਨ ਕਮਲ, ਸੋਹਣੇ ਚਰਨ, ਕਿ ਮੈਂ ਆਪਣੇ ਚਿੱਤ ਦੇ ਵਿੱਚ ਉਸ ਪ੍ਰਭੂ ਦੇ ਸੋਹਣੇ ਚਰਨ ਟਿਕਾਂਦਾ ਹਾਂ। ਤੇ ਜੇਕਰ ਹੋਰ ਕੋਈ ਵੀ ਜੀਵ ਅਜਿਹਾ ਕਰੇ ਤਾਂ ਉਹਦਾ ਊਦ ਕਵਲ ਬਿਗਸਾਂਤ, ਊਦ ਤੋਂ ਭਾਵ ਉਲਟਿਆ ਹੋਇਆ, ਕਵਲ ਤੋਂ ਭਾਵ ਸਾਡਾ ਹਿਰਦਾ ਕਮਲ, ਕਹਿੰਦੇ ਉਹਦਾ ਮਾਇਆ ਵਾਲੇ ਪਾਸੇ ਨੂੰ ਉਲਟਿਆ ਹੋਇਆ ਹਿਰਦਾ ਕਮਲ ਪਰਮਾਤਮਾ ਵਾਲੇ ਪਾਸੇ ਨੂੰ ਜੁੜ ਜਾਂਦਾ ਹੈ ਤੇ ਬਿਗਸਾਂਤ ਭਾਵ ਕਿ ਖਿੜ ਜਾਂਦਾ ਹੈ। ਪ੍ਰਗਟ ਭਏ ਆਪੈ ਗੋਬਿੰਦ ਨਾਨਕ ਸੰਤ ਮਤਾਂਤ, ਗੁਰੂ ਦੀ ਸਿੱਖਿਆ, ਸੰਤ ਮਤਾਂਤ ਤੋਂ ਭਾਵ ਗੁਰੂ ਵੱਲੋਂ ਮਿਲੀ ਹੋਈ ਮੱਤ, ਗੁਰੂ ਵੱਲੋਂ ਮਿਲੀ ਹੋਈ ਸਿੱਖਿਆ ਦੇ ਨਾਲ ਗੋਬਿੰਦ ਪਰਮਾਤਮਾ ਆਪ ਹੀ ਸਾਡੇ ਉਸ ਹਿਰਦੇ ਦੇ ਵਿੱਚ ਆ ਪ੍ਰਗਟਦਾ ਹੈ। ਪੌੜੀ ਚੱਚਾ ਚਰਨ ਕਮਲ ਗੁਰ ਲਾਗਾ, ਧਨ ਧਨ ਉਆ ਦਿਨ ਸੰਜੋਗ ਸੁਭਾਗਾ। ਚੱਚੇ ਅੱਖਰ ਦੀ ਮਹੱਤਤਾ ਦੇ ਨਾਲ ਗੁਰੂ ਜੀ ਕਹਿੰਦੇ ਕਿ ਜੇਕਰ ਕੋਈ ਜੀਵ ਗੁਰੂ ਦੇ ਸੋਹਣੇ ਚਰਨਾਂ ਦੇ ਨਾਲ ਲੱਗੇ, ਗੁਰੂ ਦੇ ਸੋਹਣੇ ਚਰਨਾਂ ਤੇ ਆਪਣਾ ਮੱਥਾ ਟਿਕਾਵੇ, ਤਾਂ ਉਹਦੇ ਲਈ ਉਹ ਦਿਨ, ਉਹ ਸਮਾਂ ਭਾਗਾਂ ਵਾਲਾ ਹੋ ਜਾਂਦਾ ਹੈ, ਸੰਜੋਗ ਵਾਲਾ ਹੋ ਜਾਂਦਾ ਹੈ। ਚਾਰ ਕੁੰਟ ਦਹਿ ਦਿਸ਼ ਭਰਮ ਆਇਓ, ਭਈ ਕਿਰਪਾ ਤਬ ਦਰਸ਼ਨ ਪਾਇਓ। ਬੜੇ ਯਤਨ ਕਰਦਾ ਹੈ ਮਨੁੱਖ, ਚੌਹਾਂ ਦਿਸ਼ਾਵਾਂ ਦੇ ਵਿੱਚ 10 ਪਾਸਿਆਂ ਵੱਲ ਭਟਕ ਆਉਂਦਾ ਹੈ ਉਸ ਪਰਮਾਤਮਾ ਦੀ ਖੋਜ ਦੇ ਵਿੱਚ, ਪਰ ਗੁਰੂ ਜੀ ਕਹਿੰਦੇ ਕਿ ਭਈ ਕਿਰਪਾ ਤਬ ਦਰਸ਼ਨ ਪਾਇਓ। ਜਦ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹਦਾ ਦਰਸ਼ਨ ਤਦ ਹੀ ਹੁੰਦਾ ਹੈ, ਤੇ ਉਹਦੇ ਲਈ ਕਿਧਰੇ ਭਟਕਣ ਦੀ ਲੋੜ ਨਹੀਂ ਪੈਂਦੀ। ਆਪਣੇ ਕੰਮਾਂ ਕਾਰਾਂ ਦੇ ਵਿੱਚ ਟਿਕਿਆਂ, ਆਪਣੇ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਉਹਦਾ ਦਰਸ਼ਨ ਹੋ ਜਾਂਦਾ ਹੈ। ਚਾਰ ਵਿਚਾਰ ਬਿਨਸਿਓ ਸਭ ਦੂਆ, ਸਾਧ ਸੰਗ ਮਨ ਨਿਰਮਲ ਹੂਆ। ਜਦੋਂ ਉਸ ਪਰਮਾਤਮਾ ਦੇ ਦਰਸ਼ਨ ਹੋ ਗਏ, ਜੀਵ ਸਾਧ ਸੰਗਤ ਦੇ ਵਿੱਚ ਜੁੜ ਜਾਂਦਾ ਹੈ। ਸਾਧ ਸੰਗਤ ਦੇ ਵਿੱਚ ਜੁੜਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਾਡੇ ਵਿਚਾਰ ਸੋਹਣੇ ਹੋ ਜਾਂਦੇ ਨੇ। ਦੂਜਾ ਭਾਉ ਮਾਇਆ ਦਾ ਪਿਆਰ ਮੁੱਕ ਜਾਂਦਾ ਹੈ। ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ, ਨਾਨਕ ਗਿਆਨ ਅੰਜਨ ਜਹ ਨੇਤਰਾ। ਜਿਸ ਮਨੁੱਖ ਨੇ ਆਪਣੀਆਂ ਅੱਖਾਂ ਦੇ ਵਿੱਚ, ਆਪਣੇ ਨੇਤਰਾਂ ਦੇ ਵਿੱਚ ਗਿਆਨ ਅੰਜਨ ਭਾਵ ਗੁਰੂ ਵੱਲੋਂ ਮਿਲੇ ਹੋਏ ਗਿਆਨ ਦਾ ਸੁਰਮਾ ਪਾ ਲਿਆ, ਉਹਨੂੰ ਉਸ ਇੱਕ ਪਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ, ਏਕ ਦ੍ਰਿਸ਼ਟੇਤਾ। ਤੇ ਜਦੋਂ ਉਸ ਇੱਕ ਪਰਮਾਤਮਾ ਦਾ ਦਰਸ਼ਨ ਹੋ ਗਿਆ ਤਾਂ ਚਿੰਤ ਵਿਸਾਰੀ, ਹੋਰ ਸਾਰੀਆਂ ਚਿੰਤਾਵਾਂ, ਹੋਰ ਸਾਰੀਆਂ ਚਿੱਤ ਬਣੀਆਂ ਵਿਸਰ ਜਾਂਦੀਆਂ ਹਨ। ਤੁਸੀਂ ਫਿਰ ਸਿਰਫ ਤੇ ਸਿਰਫ ਉਸ ਪਰਮਾਤਮਾ ਨੂੰ ਹੀ ਆਪਣੇ ਮਨ ਦੇ ਵਿੱਚ ਚਿਤਵਦੇ ਹੋ। ਸ਼ਲੋਕ ਛਾਤੀ ਸ਼ੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਐਸੀ ਕਿਰਪਾ ਕਰੋ ਪ੍ਰਭ, ਨਾਨਕ ਦਾਸ ਦਸਾਏ। ਹੇ ਪ੍ਰਮਾਤਮਾ, ਐਸੀ ਕਿਰਪਾ ਕਰ ਕਿ ਨਾਨਕ ਤੇਰੇ ਦਾਸਾਂ ਦਾ ਵੀ ਦਾਸ ਹੋ ਜਾਵੇ, ਤੇ ਦਾਸਾਂ ਦਾ ਦਾਸ ਹੋ ਕੇ ਤੇਰੀ ਸਿਫਤ ਸਲਾਹ ਦੀ ਬਾਣੀ ਗਾਵੇ, ਤੇਰੇ ਛੰਦ ਗਾਵੇ। ਕਿਉਂਕਿ
तेरे गुण गाउण नाल, तेरी सिफत सलाह दी बाणी गाउण नाल छाती शीतल हो जाती है, ठंडी हो जाती है ते मन सुखी हो जाता है। पौड़ी। शशा शोहरे दास तुम्हारे, दास दासन के पानी हारे। शशा शार होत तेरे संता, अपनी कृपा करो भगवंता। कि हे भगवान, हे भगवंत, तू मेरे ते अपनी मेहर कर कि मैं तेरे संत जनां दे चरनां दी धूड़ हो जावां। अपनी कृपा करो भगवंता, छच्छा शार होत तेरे संता। शार तो भाव चरनां दी धूड़। छच्छा शोहरे दास तुम्हारे। पंजाबी दे विच छोटे बालक नूं अक्सर ही शोर कहा जाता है। शोरे शब्द का अर्थ इत्थे ਉਹੀ है कि मैं तेरा दास हाँ, मैं तेरा बच्चा हाँ। मेहर कर कि मैं तेरे दासां दे दासां दा भी पानी भरन वाला हो जावां, उन्हां दा पानी हार हो जावां। दास दासन के पानी हारी। छाड़ सियानप बहु चतुराई, संतन की मन टेक टिकाई। हे मेरे मन, तू सारी चतुराई ते सियानप छड्ड के संत जनां दा आसरा फड़ लै, अपनी टेक संत जनां दे विच टिका लै। जे अजिहा करेंगा तां शार की पुत्री परमगत पाई, नानक जाको संत सहाई। हे नानक, संत जन जिन्हां दे सहाई हो जांदे ने, गुरु जन जिन्हां मनुखां दी सहायता करदे ने, उन्हां दे इस मिट्टी दे पुतले शरीर दे विच भी उच्ची आत्मक अवस्था पैदा हो जाती है। शार की पुत्री परमगत पाई। शार की पुत्री तो भाव मिट्टी का पुतला। ये शरीर साडा मिट्टी का पुतला है ते हर पुतले दे विच उस परमात्मा ने सोझी पाई है, किसे विच किसे प्रकार दी, किसे विच किसे प्रकार दी। ते गुरु जी कहंदे कि जिन्हां दी सहायता संत जन करदे ने, जिन्हां दी सहायता गुरु जन करदे ने, उन्हां दे इस मिट्टी दे पुतले दे विच परम उच्च आत्मक अवस्था, परम उच्च सोझी पै जाती है। सो इस दे नाल ही श्री गुरु ग्रंथ साहिब जी दे 254वें अंग की बाणी की व्याख्या की समाप्ति हुंदी है जी। जिवें कि तुहानूं पता ही है कि 52 अखरी की बाणी असी पढ़ रहे हाँ, ते अज की बाणी दे विच असी गग्गा, घग्गा, नईयां, चच्चा ते छच्छा इन्हां अखरां तो शुरू होने वाले महत्वपूर्ण शब्दां की व्याख्या कीती है। गग्गे ते गोबिंद गुण, भाव कि उस परमात्मा दे गुण जिन्हां दी सानूं सिफत सलाह करनी चाहिदी है। घग्गे ते अपने मन दे विच उस एक परमात्मा नूं घाल लैना। नईए ते गरसना, भाव कि काल दी गिरफ्त तो बच जाना। चच्चे ते संत जनां दे चरण कमलों की महत्ता, ते छच्छे ते शोहरे जानी कि दास हो जाना, उस परमात्मा दे बालक बन जाना। सो उम्मीद करते हाँ असीं सारे ही इन्हां सिक्ख्यावां नूं, इन्हां शब्दां दे महत्व नूं अपने अपने जीवन दे विच उतारन की कोशिश करांगे। वीडियो नूं अगे होर लोकां दे तक पहुँचाउण दी किरपालता करियो, ताकि होर साध संगत भी जो श्री गुरु ग्रंथ साहिब जी की बाणी नूं प्यार करते हैं, बाणी दे नाल जुड़ना लोचते हैं, वो भी जुड़ सकन। इसे संदेश के नाल ही अज की वीडियो की समाप्ति करते हैं जी। वाहिगुरू जी का खालसा, वाहिगुरू जी की फतेह।